ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਐਮ ਪੰਨੂ ਅਤੇ ਤੁਸੀਂ ਸੁਣ ਰਹੇ ਹੋ ਪੰਜਾਬ ਪੋਡਕਾਸਟ। ਅੱਜ ਮੇਰਾ ਪੋਡਕਾਸਟ ਬਣਾਉਣ ਦਾ ਮਕਸਦ ਇਹ ਸੀਗਾ, ਇਹ ਪੋਡਕਾਸਟ ਉਹਨਾਂ ਲੋਕਾਂ ਲਈ ਆ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਬਟ ਉਹ ਬਾਹਰ ਆਉਣਾ ਚਾਹੁੰਦੇ ਨੇ। ਕਨਫਿਊਜ਼ ਇਸ ਕਰਕੇ ਨੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਬਾਹਰ ਕਿਵੇਂ ਆਉਣ ਅਤੇ ਬਾਹਰ ਆਣ ਕੇ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਬਹੁਤ ਲੋਕ ਜਿਹੜੇ ਆ ਉਹ ਤੁਹਾਨੂੰ ਉਹਨਾਂ ਦੀ ਬਰਾਈਟ ਸਾਈਡ ਹੀ ਦਿਖਾਉਂਦੇ ਨੇ, ਬਹੁਤ ਚੰਗੀਆਂ ਗੱਲਾਂ ਹੀ ਦੱਸਦੇ ਨੇ ਬਾਹਰ ਆਉਣ ਦੀਆਂ, ਬਟ ਤੁਹਾਨੂੰ ਕੁਛ ਡਾਰਕ ਸਾਈਡਸ ਵੀ ਇਹਦੀਆਂ ਹੈਗੀਆਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਕਿ ਹਰ ਕੋਈ ਦੱਸਦਾ ਹੋਊਗਾ। ਸੋ ਇਸ ਕਰਕੇ ਮੈਂ ਅੱਜ ਦਾ ਪੋਡਕਾਸਟ ਬਣਾਉਣ ਲੱਗਾ ਸੀਗਾ ਕਿ ਬਹੁਤ ਲੋਕਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ, ਉਹ ਕੰਟਰੀ ਨਹੀਂ ਚੂਜ਼ ਕਰ ਪਾਉਂਦੇ ਕਿ ਅਸੀਂ ਜਾਣਾ ਕਿੱਥੇ ਆ। ਜੇ ਤੁਸੀਂ ਚੂਜ਼ ਕਰਦੇ ਹੋ ਤੁਹਾਨੂੰ ਉਹਦੇ ਬਾਰੇ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਚੱਲੇ ਹਾਂ, ਕਿਉਂ ਚੱਲੇ ਹਾਂ ਅਤੇ ਉੱਥੇ ਜਾ ਕੇ ਸਾਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਕਿਉਂਕਿ ਅਸੀਂ ਇੱਕ ਭੇਡ ਚਾਲ ਚੱਲੀ ਹੋਈ ਹੈ ਕਿ ਨਹੀਂ ਜੀ, ਜੇ ਸਾਰੇ ਕੈਨੇਡਾ ਨੂੰ ਜਾ ਰਹੇ ਆ ਤਾਂ ਚਲੋ ਜੀ ਸਾਰੇ ਕੈਨੇਡਾ ਚੱਲਦੇ। ਜਿਹਦੇ ਕੋਲ ਤਾਂ ਆਇਲਸ ਹੈਗੀ ਆ, ਜਿਹੜਾ ਆਇਲਸ ਕਰ ਸਕਦਾ ਉਹ ਤਾਂ ਚਲੋ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਕਿਤੇ ਵੀ ਜਾ ਸਕਦਾ ਹੈ, ਜਿਹੜੀਆਂ ਚੰਗੀਆਂ ਕੰਟਰੀਜ਼ ਹੈਗੀਆਂ। ਬਟ ਜਿਹਨਾਂ ਦੇ ਕੋਲ ਪੈਸਾ ਹੈਗਾ ਬਟ ਉਹ ਆਇਲਸ ਨਹੀਂ ਕਰ ਪਾ ਰਹੇ, ਉਹਨਾਂ ਨੂੰ ਇਸ ਚੀਜ਼ ਦੀ ਕਨਫਿਊਜ਼ਨ ਹੁੰਦੀ ਆ ਕਿ ਉਹ ਹੁਣ ਕੀ ਕਰਨਾ। ਬਹੁਤੇ ਲੋਕ ਅੱਜ ਕੱਲ੍ਹ ਕੀ ਕਰਦੇ ਆ ਕਿ ਪੈਸਾ ਲਾਉਂਦੇ ਆ, ਵਿਆਹ ਕਰਾਉਂਦੇ, ਕਾਂਟਰੈਕਟ ਮੈਰਿਜਸ ਹੁੰਦੀਆਂ, ਫਿਰ ਉਸ ਤੋਂ ਬਾਅਦ ਉਹ ਆਪਣਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਤੇ ਵੀ ਉਹ ਚਲੇ ਜਾਂਦੇ ਆ। ਬਟ ਉਹਨਾਂ ਦੀਆਂ ਉਹ ਪ੍ਰੋਬਲਮਸ ਉਹਨਾਂ ਦੇ ਲਈ ਡਿਫਰੈਂਟਸ ਨੇ। ਬਟ ਜਿਹੜੇ ਵਿਆਹ ਕਰਾ ਕੇ ਨਹੀਂ ਬਟ ਵੈਸੇ ਹੀ ਆਉਣਾ ਚਾਹੁੰਦੇ ਨੇ, ਪੈਸੇ ਹੈਗੇ ਆ, ਲਾਉਣੇ ਚਾਹੁੰਦੇ ਨੇ, ਚੰਗੀ ਕੰਟਰੀ ਦੇ ਵਿੱਚ ਲਾਉਣੇ ਚਾਹੁੰਦੇ ਨੇ। ਸੋ ਮੇਰੀ ਉਹਨਾਂ ਨੂੰ ਸਲਾਹ ਇਹ ਹੈ ਕਿ ਯੂਰਪ ਬਾਕੀ ਸਾਰੀਆਂ ਕੰਟਰੀਆਂ ਨਾਲੋਂ ਬੈਸਟ ਆ। ਉਹਦਾ ਰੀਜ਼ਨ ਹੁਣ ਕੀ ਆ, ਮੈਂ ਤੁਹਾਨੂੰ ਦੱਸਦਾ ਕਿਉਂ ਬੈਸਟ ਆ। ਮੈਂ 7 ਸਾਲ ਯੂਰਪ ਦੇ ਵਿੱਚ, ਸਪੇਨ ਦੇ ਵਿੱਚ ਰਿਹਾ। ਮੈਨੂੰ ਪਿਛਲੇ 3 ਸਾਲ ਤੋਂ ਮੈਂ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ। ਤਾਂ ਮੇਰੇ ਲਈ ਇਹ ਕੰਪੇਅਰ ਕਰਨਾ ਕਿ ਕਿਹੜੀ ਚੀਜ਼ ਚੰਗੀ ਆ, ਕਿਹੜੀ ਚੀਜ਼, ਕਿਉਂਕਿ ਜਦੋਂ ਤੁਸੀਂ ਕੋਈ ਚੰਗਾ ਦੇਖਦੇ ਹੋ ਅਤੇ ਉਸ ਤੋਂ ਬਾਅਦ ਮਾੜਾ ਫੇਸ ਕਰਦੇ ਹੋ ਦੈਨ ਹੀ ਤੁਹਾਨੂੰ ਚੰਗੇ ਮਾੜੇ ਦਾ ਪਤਾ ਲੱਗਦਾ। ਜੇ ਤੁਸੀਂ ਇੱਕੋ ਸਾਈਡ 'ਤੇ ਦੇਖੀ ਜਾਓਗੇ ਤਾਂ ਤੁਹਾਨੂੰ ਉਹ ਨਹੀਂ ਪਤਾ ਲੱਗੂਗਾ, ਤੁਹਾਡਾ ਉਹ ਫੇਸ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਕਿ ਇਹ ਚੀਜ਼ ਚੰਗੀ ਆ ਮੇਰੇ ਲਈ ਜਾਂ ਆਹ ਮਾੜੀ ਆ। ਯੂਰਪ ਦੇ ਵਿੱਚ ਮੈਂ ਯੂਰਪ ਨੂੰ ਪ੍ਰੈਫਰ ਕਿਉਂ ਕਰਦਾ, ਯੂਰਪ ਦੇ ਵਿੱਚ 3 ਕੰਟਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਨੂੰ ਛੇਤੀ ਪੇਪਰ ਦੇ ਦਿੰਦੀਆਂ ਨੇ, ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਮਿਲ ਜਾਂਦੀ ਆ, ਵਰਕ ਪਰਮਿਟ ਮਿਲ ਜਾਂਦਾ। ਇਨ ਫਿਊਚਰ ਤੁਸੀਂ ਜਿਹੜੀ ਉੱਥੋਂ ਦੀ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਹੋ। 3 ਕੰਟਰੀਆਂ ਉਹਨਾਂ 'ਚੋਂ ਪਹਿਲੀ ਹੈਗੀ ਆ ਸਪੇਨ, ਦੂਸਰੀ ਹੈਗੀ ਆ ਇਟਲੀ, ਤੀਸਰੀ ਹੈਗੀ ਆ ਪੁਰਤਗਾਲ। ਸਪੇਨ ਨੂੰ ਮੈਂ ਇਸ ਕਰਕੇ ਪਹਿਲੇ ਨੰਬਰ 'ਤੇ ਰੱਖਿਆ ਹੋਇਆ ਕਿਉਂਕਿ ਇੱਕ ਤਾਂ ਮੈਂ ਖੁਦ ਉੱਥੇ ਰਿਹਾ ਹੋਇਆ, ਬਟ ਉੱਥੇ ਮੇਰੇ ਐਕਸਪੀਰੀਅੰਸ ਚੰਗੇ ਵੀ ਸੀਗੇ, ਮਾੜੇ ਵੀ ਸੀ, ਜ਼ਿਆਦਾਤਰ ਬਹੁਤ ਚੰਗੇ ਸੀਗੇ। ਸੋ ਸਪੇਨ ਦੇ ਵਿੱਚ ਜੇ ਆਪਾਂ ਸਪੇਨ ਦੀ ਗੱਲ ਕਰੀਏ ਤਾਂ ਸਪੇਨ ਕਿਉਂ, ਸਪੇਨ ਦੇ ਵਿੱਚ ਪਹਿਲੀ ਗੱਲ ਤਾਂ ਸਾਨੂੰ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਕੋਈ ਉਮਰ ਦਾ ਨਹੀਂ ਹੈਗਾ, ਕਿਸੇ ਵੀ ਉਮਰ ਦਾ ਬੰਦਾ ਜਿਹੜਾ ਉਹ ਜਾ ਸਕਦਾ, ਕੋਈ ਏਜ ਰਿਕੁਆਇਰਡ ਨਹੀਂ ਹੁੰਦੀ ਉਹਦੇ ਵਾਸਤੇ। ਦੂਸਰਾ ਇਹ ਹੈਗਾ ਕਿ ਉੱਥੇ ਜਾ ਕੇ ਤੁਹਾਨੂੰ ਕੋਈ ਪੜ੍ਹਾਈ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਤੁਸੀਂ ਪੜ੍ਹਾਈ ਦੇ ਬੇਸ 'ਤੇ ਚੱਲੇ ਜਾਂ ਕੁਛ ਵੀ ਆ। ਇੱਕ ਇਹਦਾ ਬੜਾ ਸਿੰਪਲ ਜਿਹਾ ਪ੍ਰੋਸੀਜਰ ਆ, ਕਿਉਂਕਿ ਜਦੋਂ ਤੁਸੀਂ ਇੰਡੀਆ ਦੇ ਵਿੱਚ, ਮੈਂ ਵੀ ਜਦੋਂ ਇੰਡੀਆ ਦੇ ਵਿੱਚ ਸੀਗਾ, ਏਜੰਟਾਂ ਦੇ ਨਾਲ ਜਦੋਂ ਗੱਲ ਕਰਨੀ, ਏਜੰਟਾਂ ਨੇ ਕਿਸੇ ਨੇ 10 ਲੱਖ ਕਹਿਣਾ, ਕਿਸੇ ਨੇ 12 ਲੱਖ, 14 ਲੱਖ ਤੋਂ ਘੱਟ ਕੋਈ ਗੱਲ ਹੀ ਨਹੀਂ ਕਰਦਾ ਸੀਗਾ। ਬਟ ਜਦੋਂ ਆਪਾਂ ਉਹ 12-14 ਲੱਖ ਲਾ ਕੇ ਜਦੋਂ ਸਾਨੂੰ ਅਕਲ ਆਉਂਦੀ ਆ, ਅਸੀਂ ਦੇਖਦੇ ਹਾਂ ਕਿ ਯਾਰ ਇਹ ਪ੍ਰੋਸੀਜਰ ਤਾਂ ਹੈ ਹੀ ਕੁਛ ਨਹੀਂ ਸੀਗਾ, ਬੜਾ ਸਿੰਪਲ ਜਿਹਾ ਪ੍ਰੋਸੀਜਰ ਆ। ਸਾਡੇ ਕੋਲ ਅਸੀਂ ਏਜੰਟਾਂ ਦੇ ਕੋਲੋਂ ਜਦੋਂ ਠੱਗੇ ਜਾਂਦੇ ਹਾਂ ਫਿਰ ਜਾ ਕੇ ਸਾਨੂੰ ਅਕਲ ਆਉਂਦੀ ਆ, ਜਦ ਕਿ ਜੇ ਅਸੀਂ ਖੁਦ ਆਪ ਅਪਲਾਈ ਕਰਨਾ ਚਾਹੀਏ ਤਾਂ ਬੜਾ ਇਹਦਾ ਇੱਕ ਈਜ਼ੀ ਪ੍ਰੋਸੈਸ ਆ ਕਿ ਤੁਹਾਡੇ ਕੋਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਆ, ਤੁਸੀਂ ਟੈਕਸ ਰਿਟਰਨਾਂ ਥੋੜ੍ਹੀਆਂ ਬਹੁਤੀਆਂ ਭਰੀਆਂ ਹੋਣ ਤੁਹਾਡੇ ਕੋਲ, ਤੁਸੀਂ ਉਹ ਲਾ ਲਓ। ਬੈਂਕ ਅਕਾਊਂਟ ਦੇ ਵਿੱਚ ਤੁਹਾਡੇ ਕੋਲ 4-5 ਲੱਖ ਰੁਪਈਆ ਪਿਆ ਹੋਣਾ ਚਾਹੀਦਾ। ਇਹ ਨਹੀਂ ਕਿ ਉਹ ਤੁਸੀਂ ਅੱਜ ਪਵਾਇਆ ਅਤੇ ਕੱਲ੍ਹ ਨੂੰ ਬੈਂਕ ਦੀ ਸਟੇਟਮੈਂਟ ਕਢਾ ਲਈ, ਨਹੀਂ, ਉਹ ਤੁਹਾਡੇ ਕੋਲ ਕਮ ਸੇ ਕਮ 4 ਤੋਂ 6 ਮਹੀਨੇ ਪੁਰਾਣੇ ਫੰਡ ਜਿਹੜੇ ਆ ਉਹ ਹੋਣੇ ਚਾਹੀਦੇ ਆ। ਜੇ ਤੁਹਾਡੇ ਕੋਲ ਇਹ ਚੀਜ਼ਾਂ ਹੈਗੀਆਂ ਤਾਂ ਤੁਸੀਂ ਆਪ ਖੁਦ ਅਪਲਾਈ ਕਰੋ। ਮੇਰਾ ਜੋ ਮੰਨਣਾ ਹੈ, ਤੁਸੀਂ ਖੁਦ ਅਪਲਾਈ ਕਰੋਗੇ, ਤੁਹਾਨੂੰ ਇੱਕ ਤਾਂ ਪਤਾ ਲੱਗੂਗਾ ਕਿ ਤੁਸੀਂ ਡਾਕੂਮੈਂਟ ਕੀ ਲਾਏ ਆ। ਬਾਏ ਚਾਂਸ ਜੇ ਕੱਲ੍ਹ ਨੂੰ ਇੰਟਰਵਿਊ ਵੀ ਆ ਜਾਂਦੀ ਹੈ ਤਾਂ ਤੁਹਾਨੂੰ ਪਤਾ ਹੋਊਗਾ ਤੁਸੀਂ ਕਿਉਂ ਚੱਲੇ ਹੋ। ਦੂਸਰਾ ਮੇਨ ਚੀਜ਼, ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਪਰਪਸ ਚੂਜ਼ ਕਰੋ ਜਾਂ ਕੁਛ ਇੱਦਾਂ ਦਾ ਸਿਨੈਰੀਓ ਕ੍ਰੀਏਟ ਕਰੋ, ਕੁਛ ਇੱਦਾਂ ਦਾ ਉਹਨਾਂ ਨੂੰ ਦੱਸੋ ਕਿ ਅਸੀਂ ਕਿਉਂ ਜਾ ਰਹੇ ਹਾਂ, ਕਿ ਜਿਹੜਾ ਅਗਲੇ ਬੰਦੇ ਨੂੰ ਵੀ ਜੇ ਕੱਲ੍ਹ ਨੂੰ ਤੁਹਾਡੀ ਇੰਟਰਵਿਊ ਵੀ ਆ ਵੀ ਜਾਂਦੀ ਆ ਤਾਂ ਤੁਸੀਂ ਦੱਸਣ ਵਾਲੇ ਹੋਵੋਗੇ ਕਿ ਮੈਂ ਇਸ ਪਰਪਸ ਲਈ ਚੱਲਾ ਹਾਂ। ਫੋਰ ਐਗਜ਼ਾਮਪਲ ਜਿੱਦਾਂ, ਕਿਉਂਕਿ ਜਾਂਦੇ ਤਾਂ ਸਾਰੇ ਟੂਰਿਸਟ ਵੀਜ਼ੇ 'ਤੇ ਹੀ ਆ,
ਕੋਈ ਨਾ ਕੋਈ ਉਹਨਾਂ ਨੂੰ ਐਕਸਕਿਊਜ਼ ਚਾਹੀਦਾ ਹੁੰਦਾ, ਬਹਾਨਾ ਚਾਹੀਦਾ ਹੁੰਦਾ ਵੀ ਅਸੀਂ ਇਸ ਕਰਕੇ ਚੱਲੇ ਹਾਂ ਜੀ। ਸਭ ਤੋਂ ਬੈਸਟ ਜਿਹੜਾ ਤੁਹਾਡੇ ਕੋਲ ਚਾਂਸ ਹੁੰਦਾ ਜਦੋਂ ਤੁਸੀਂ ਨਵੇਂ ਸਾਲ 'ਤੇ ਜਾਂ ਕ੍ਰਿਸਮਿਸ 'ਤੇ ਤੁਸੀਂ ਆਪਣਾ ਕਹਿ ਸਕਦੇ ਹੋ ਕਿ ਅਸੀਂ ਜੀ ਕ੍ਰਿਸਮਿਸ ਜਾਂ ਨਿਊ ਈਅਰ ਸੈਲੀਬ੍ਰੇਟ ਕਰਨ ਚੱਲੇ ਹਾਂ। ਫਿਰ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਕਿ ਤੁਸੀਂ ਐਕਸਕਿਊਜ਼ ਕੀ ਦੇਣਾ ਉਹਨਾਂ ਨੂੰ। ਉਸ ਤੋਂ ਬਾਅਦ ਤੁਸੀਂ ਕੰਟਰੀ ਚੂਜ਼ ਕਰੋ, ਕਿਉਂਕਿ ਯੂਰਪ ਦੇ ਵਿੱਚ ਬਾਅਦ ਵਿੱਚ ਤੁਸੀਂ ਇੱਕ ਵਾਰੀ ਤੁਹਾਨੂੰ ਸ਼ੈਂਗਨ ਵੀਜ਼ਾ ਮਿਲ ਗਿਆ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ। ਬਟ ਜਦੋਂ ਤੁਸੀਂ ਇੱਕ ਕੰਟਰੀ ਚੂਜ਼ ਕਰਨੀ ਕਿ ਕਿਹੜੀ ਕੰਟਰੀ ਤੁਹਾਨੂੰ ਈਜ਼ੀ ਵੇ ਦੇ ਨਾਲ, ਤੁਹਾਨੂੰ ਸੌਖੇ ਤਰੀਕੇ ਨਾਲ ਵੀਜ਼ਾ ਦੇ ਦੇਵੇ, ਮੈਨੂੰ ਜੋ ਮੇਰਾ ਐਕਸਪੀਰੀਅੰਸ ਕਹਿੰਦਾ ਆ ਉਹ ਇਹ ਕਹਿੰਦਾ ਹੈ ਕਿ ਤੁਸੀਂ ਫਰਾਂਸ, ਸਪੇਨ ਅਤੇ ਇਟਲੀ। ਫਰਾਂਸ ਇਸ ਕਰਕੇ ਕਿਉਂਕਿ ਫਰਾਂਸ ਦੇ ਵਿੱਚ ਟੂਰਿਸਟ ਬਹੁਤ ਜ਼ਿਆਦਾ ਜਾਂਦਾ ਆ, ਇਟਲੀ ਦੇ ਵਿੱਚ ਟੂਰਿਸਟ, ਸਪੇਨ ਦੇ ਵਿੱਚ ਟੂਰਿਸਟ ਬਹੁਤ ਜ਼ਿਆਦਾ ਜਾਂਦਾ ਆ। ਸੋ ਇਹਨਾਂ ਕੰਟਰੀਆਂ ਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਆ ਤੁਹਾਨੂੰ ਵੀਜ਼ਾ ਮਿਲਣ ਦੇ। ਹੁਣ ਜੇ ਆਪਾਂ ਇਹ ਸੋਚੀਏ ਕਿ ਜੇ ਅਸੀਂ ਖੁਦ ਅਪਲਾਈ ਕਰਾਂਗੇ ਵੀਜ਼ਾ ਰਿਜੈਕਟ ਹੋ ਲੈਣ ਦਿਓ। ਵੀਜ਼ਾ ਰਿਜੈਕਟ ਹੋਣਾ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ। ਸਾਡੇ ਲੋਕਾਂ ਨੇ ਦਿਮਾਗ ਦੇ ਵਿੱਚ ਪਤਾ ਨਹੀਂ ਇਹ ਚੀਜ਼ਾਂ ਦਾ ਕਿਉਂ ਹਊਆ ਬਣਾਇਆ ਹੋਇਆ ਕਿ ਜੀ ਸਾਡਾ ਤਾਂ ਵੀਜ਼ਾ ਰਿਜੈਕਟ ਹੋ ਜਾਊਗਾ, ਬਾਅਦ 'ਚ ਪਤਾ ਨਹੀਂ ਕਿਸੇ ਕੰਟਰੀ ਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ। ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਕਿ ਵੀਜ਼ਾ ਰਿਜੈਕਟ ਹੋਇਆ ਤੁਹਾਡੇ ਪਾਸਪੋਰਟ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ। ਮੇਰੇ ਜਿਹੜੀਆਂ ਕੰਟਰੀਆਂ ਨੇ ਵੀਜ਼ੇ ਰਿਜੈਕਟ ਕੀਤੇ ਸੀ, ਮੈਂ ਉਹਨਾਂ ਕੰਟਰੀਆਂ ਦੇ ਹੀ ਵਿਆਹ 'ਚ ਪੇਪਰ ਲਏ ਆ। ਮੇਰੇ ਕੋਲ 2015 ਦੇ ਵਿੱਚ, 14 ਦੇ ਵਿੱਚ ਪੁਰਤਗਾਲ, ਸਪੇਨ, ਨੀਦਰਲੈਂਡ, ਇਟਲੀ, ਮੇਰੇ ਆਹ 4 ਕੰਟਰੀਆਂ ਨੇ ਵੀਜ਼ੇ ਜਿਹੜੇ ਸੀਗੇ ਉਹ ਰਿਜੈਕਟ ਕੀਤੇ ਹੋਏ ਸੀਗੇ। ਬਟ ਐਂਡ ਆਫ ਦਾ ਡੇ ਮੈਨੂੰ ਫਰਾਂਸ ਨੇ ਜਦੋਂ ਵੀਜ਼ਾ ਦਿੱਤਾ, ਮੇਰੇ ਸਪੇਨ ਨੋਨ ਸੀਗੇ, ਮੈਂ ਸਪੇਨ ਆਇਆ। ਫਿਰ ਉਸ ਤੋਂ ਬਾਅਦ ਮੈਂ ਸਪੇਨ ਦੇ ਹੀ ਪੇਪਰ ਲਏ। ਫਿਰ 2018 ਦੇ ਵਿੱਚ ਮੈਂ ਕੈਨੇਡਾ ਦਾ ਅਪਲਾਈ ਕੀਤਾ, ਮੇਰਾ ਕੈਨੇਡਾ ਨੇ ਰਿਜੈਕਟ ਕਰਤਾ ਪਹਿਲਾਂ। ਫਿਰ ਉਸ ਤੋਂ ਬਾਅਦ ਮੈਂ PR ਹੀ ਕੈਨੇਡਾ ਦੀ ਲਈ। ਸੋ ਇਹ ਇਸ਼ੂ ਨਹੀਂ ਹੁੰਦਾ ਕਿ ਤੁਹਾਡਾ ਰਿਜੈਕਟ ਹੋ ਗਿਆ ਵੀਜ਼ਾ ਅਤੇ ਪਤਾ ਨਹੀਂ ਤੁਹਾਨੂੰ ਬਾਅਦ 'ਚੋਂ ਕੰਟਰੀ ਨੇ ਵੀਜ਼ਾ ਨਹੀਂ ਦੇਣਾ। ਤੁਹਾਡੇ ਕੋਲ ਜਦੋਂ ਵੀਜ਼ਾ ਰਿਜੈਕਟ ਹੁੰਦਾ ਤੁਹਾਨੂੰ ਇੱਕ ਰੀਜ਼ਨ ਮਿਲ ਜਾਂਦਾ ਆ ਕਿ ਇਸ ਕਾਰਨ ਕਰਕੇ ਤੁਹਾਡਾ ਵੀਜ਼ਾ ਜਿਹੜਾ ਹੈ ਰਿਜੈਕਟ ਕੀਤਾ ਗਿਆ। ਤੁਸੀਂ ਆਪਣੇ ਕੇਸ ਨੂੰ ਹੋਰ ਸਟਰੋਂਗ ਕਰ ਲਓ ਥੋੜ੍ਹਾ ਜਿਹਾ। ਸੋ ਇਹ ਹੈਗਾ ਇੱਕ ਪੈਟਰਨ। ਦੂਸਰਾ ਪੈਟਰਨ, ਜੇ ਕੋਈ ਬੰਦਾ ਕਿ ਸੋਚਦਾ ਕਿ ਯਾਰ ਇੰਨੇ ਸਿਆਪੇ ਕਰਨ ਨਾਲੋਂ ਚੰਗਾ ਠੀਕ ਆ ਜੀ ਅਸੀਂ ਏਜੰਟ ਨੂੰ, ਏਜੰਟ ਨੇ ਵੀ ਉਹ ਕੁਛ ਹੀ ਕਰਨਾ। ਏਜੰਟ ਸਿਰਫ ਕੀ ਕਰਦੇ ਆ, 26 ਕੰਟਰੀਆਂ ਨੇ ਸ਼ੈਂਗਨ ਦੇ ਵਿੱਚ, 27, ਉਹਨਾਂ ਨੇ ਸਿਰਫ ਬਲਫ ਕਰਨਾ ਆ। ਉਹਨਾਂ ਨੇ ਸਿਰਫ ਅਪਲਾਈ ਕਰੀ ਜਾਣਾ, ਸਾਡਾ ਕਿਤੇ ਨਾ ਕਿਤੇ ਆਣ ਕੇ ਤੁਹਾਡਾ ਵੀਜ਼ਾ ਲੱਗ ਹੀ ਜਾਣਾ। ਜੇ ਸਾਨੂੰ ਇੱਕ ਕੰਟਰੀ ਮਨਾ ਕਰੂਗੀ ਦੂਸਰੀ 'ਤੇ ਅਪਲਾਈ ਕਰ ਲੂਗੇ, ਦੂਸਰੀ ਮਨਾ ਕਰੂ ਤੀਸਰੀ, ਉਹ ਕਿਤੇ ਨਾ ਕਿਤੇ ਕਿਸੇ ਕੰਟਰੀ ਨੇ ਤੁਹਾਨੂੰ ਵੀਜ਼ਾ ਦੇ ਹੀ ਦੇਣਾ ਆ। ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਮੂਵ ਹੋ ਜਾਓ, ਜਿੱਥੇ ਮਰਜ਼ੀ ਆਪਣੇ ਪੇਪਰ ਲੈ ਲਓ, ਉਹ ਕੋਈ ਇਸ਼ੂ ਨਹੀਂ ਹੁੰਦਾ। ਬਟ ਇਹ ਹੈ ਕਿ ਤੁਸੀਂ ਮੂਵ ਹੋਣਾ ਵਿਦਇਨ ਸ਼ੈਂਗਨ ਵੀਜ਼ਾ ਦੇ ਵਿੱਚ ਜਿੰਨੇ ਚਿਰ ਦਾ ਤੁਹਾਡਾ ਮਹੀਨੇ ਦਾ, 2 ਮਹੀਨੇ ਦਾ, 3 ਮਹੀਨੇ ਦਾ ਵੀਜ਼ਾ ਲੱਗਾ, ਤੁਹਾਨੂੰ ਉਹ 3 ਮਹੀਨੇ ਦੇ ਵਿੱਚ ਡਿਸਾਈਡ ਕਰਨਾ ਪੈਣਾ ਕਿ ਮੈਂ ਆਹ ਕੰਟਰੀ ਲੈਂਡ ਹੋਇਆ ਅਤੇ ਮੈਂ ਇੱਥੋਂ ਜਾਣਾ ਆ ਅਤੇ ਉਸ ਵੀਜ਼ੇ ਦੇ ਪ੍ਰੋਸੈਸ ਦੇ ਵਿੱਚ ਹੀ ਜਾਣਾ ਆ। ਅਦਰਵਾਈਜ਼ ਜੇ ਤੁਸੀਂ ਵੀਜ਼ਾ ਤੁਹਾਡਾ ਐਕਸਪਾਇਰ ਹੋ ਜਾਂਦਾ ਆ, ਫਿਰ ਮੂਵ ਹੁੰਦੇ ਹੋ, ਅਤੇ ਫਿਰ ਉਹ ਤੁਹਾਡੇ ਲਈ ਜਿਹੜੀ ਆ ਉਹ ਥੋੜ੍ਹੀ ਜਿਹੀ ਪ੍ਰੋਬਲਮ ਕ੍ਰੀਏਟ ਹੁੰਦੀ ਆ। ਸੋ ਹੁਣ ਗੱਲ ਕਰਦੇ ਹਾਂ ਆਪਾਂ ਕਿ ਇਹ 3 ਕੰਟਰੀਆਂ ਹੀ ਕਿਉਂ। ਸਪੇਨ, ਇਟਲੀ ਅਤੇ ਪੁਰਤਗਾਲ, ਇਹ 3 ਕੰਟਰੀਆਂ ਤੁਹਾਨੂੰ ਪੇਪਰ ਈਜ਼ੀਲੀ ਦੇ ਦਿੰਦੀਆਂ। ਈਜ਼ੀਲੀ ਇਨ ਦਾ ਸੈਂਸ ਕਿ ਬਾਕੀ ਕੰਟਰੀਆਂ ਨਾਲੋਂ ਸੌਖੇ ਇਹਨਾਂ ਦੇ ਵੀ ਪ੍ਰੋਸੀਜਰ ਨਹੀਂ ਹੈਗੇ, ਪੈਸੇ ਦੀ ਖੇਡ ਆ। ਬਟ ਬਾਕੀ ਯੂਰਪੀਅਨ ਕੰਟਰੀਆਂ ਨਾਲੋਂ ਤੁਹਾਨੂੰ ਇਹਨਾਂ 3 ਕੰਟਰੀਆਂ ਦੇ ਵਿੱਚ ਥੋੜ੍ਹਾ ਜਿਹਾ ਈਜ਼ੀ ਮਿਲ ਜਾਂਦਾ ਹੈ ਪੇਪਰ। ਸਪੇਨ ਦੇ ਵਿੱਚ ਪੇਪਰ ਮਿਲਣ ਦਾ ਪ੍ਰੋਸੀਜਰ ਹੈਗਾ ਕਿ ਤੁਸੀਂ ਜਦੋਂ ਇੱਥੋਂ ਜਾਂਦੇ ਹੋ ਸਪੇਨ ਦੇ ਵਿੱਚ ਤੁਹਾਨੂੰ ਕਮ ਸੇ ਕਮ 3 ਸਾਲ ਰਹਿਣਾ ਪੈਣਾ। ਉਹਨਾਂ 3 ਸਾਲਾਂ ਦੇ ਬਾਅਦ ਜਾ ਕੇ ਤੁਸੀਂ ਜਿਹੜਾ ਆ ਐਲੀਜੀਬਲ ਹੁੰਦੇ ਹੋ ਉੱਥੇ ਦੇ ਪੇਪਰ ਲੈਣ ਦੇ ਵਿੱਚ। ਜਦੋਂ ਤੁਸੀਂ ਇੱਥੋਂ ਜਾਂਦੇ ਹੋ, ਇੱਥੋਂ ਜਾ ਕੇ ਤੁਸੀਂ ਜਿਸ ਘਰ ਦੇ ਵਿੱਚ ਰਹਿੰਦੇ ਹੋ ਉਸ ਘਰ ਦੇ ਲੀਜ਼ ਦੇ ਉੱਤੇ ਤੁਹਾਡੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਆਪਣੀ ਸਿੰਪਲ, ਜਿੱਦਾਂ ਸਪੈਨਿਸ਼ ਦੇ ਵਿੱਚ ਉਹਨੂੰ ਪਦਰੋਨਾਮੈਂਟੋ ਕਹਿੰਦੇ ਆ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਮਿਊਨਸੀਪਲ ਕਾਰਪੋਰੇਸ਼ਨਸ ਹੁੰਦੀਆਂ, ਉੱਦਾਂ ਉੱਥੇ ਇੱਕ ਏਜੰਟੋਮੈਂਟੋ ਦਾ ਆਫਿਸ ਹੁੰਦਾ। ਉੱਥੇ ਜਾ ਕੇ ਤੁਹਾਨੂੰ ਜਿਹੜਾ ਘਰ ਦਾ ਮਾਲਕ ਆ ਉਹ ਤੁਹਾਡਾ ਜਾ ਕੇ ਉੱਥੇ ਨਾਂ ਦਰਜ ਕਰਾਵੇ ਕਿ ਹਾਂ ਜੀ ਇਹ ਬੰਦਾ ਮੇਰੇ ਕੋਲ ਇੱਥੇ ਰਹਿ ਰਿਹਾ ਹੈ। ਉਹਦਾ ਕੀ ਹੁੰਦਾ, ਉਹ ਤੁਹਾਡਾ ਇੱਕ ਪ੍ਰੂਫ ਬਣ ਜਾਂਦਾ ਕਿ ਇਹ ਬੰਦਾ, ਇੱਕ ਉਹ ਸਰਕਾਰੀ ਪ੍ਰੂਫ ਬਣ ਜਾਂਦਾ ਕਿ ਇਹ ਬੰਦਾ ਇੰਨੀ ਤਰੀਕ ਤੋਂ ਇੱਥੇ ਸਪੇਨ ਦੇ ਵਿੱਚ ਆਇਆ ਸੀਗਾ ਅਤੇ ਇੰਨੀ ਤਰੀਕ ਤੋਂ ਰਹਿ ਰਿਹਾ ਇੱਥੇ। ਫਿਰ ਉਹ ਜੇ ਤੁਹਾਡੇ 3 ਸਾਲ ਕੰਪਲੀਟ ਹੋ ਜਾਂਦੇ ਆ, ਤੁਸੀਂ ਉਹ 3 ਸਾਲ ਦਾ ਪ੍ਰੂਫ ਦਿਖਾ ਕੇ ਕਿ ਮੈਨੂੰ 3 ਸਾਲ ਹੋ ਗਏ ਆ ਜੀ ਇੱਥੇ ਸਪੇਨ ਦੇ ਵਿੱਚ ਰਹਿੰਦੇ ਨੂੰ, ਅਤੇ ਮੈਨੂੰ ਜਿਹੜਾ ਆ ਮੈਂ ਇੱਥੇ ਦੇ ਪੇਪਰ ਲੈਣੇ ਆ। ਉਹ 3 ਸਾਲ ਜਦੋਂ ਤੁਹਾਡੇ ਕੰਪਲੀਟ ਹੋ ਜਾਂਦੇ, ਫਿਰ ਆ ਜਾਂਦਾ ਆ ਕੌਂਟਰੈਕਟ।
ਜੋਬ ਕੰਟਰੈਕਟ ਤੁਹਾਨੂੰ ਕਿਤੇ ਨਾ ਕਿਤੇ ਲੱਭਣਾ ਪੈਂਦਾ। ਬਹੁਤੇ ਲੋਕ ਤੁਹਾਨੂੰ ਇਹ ਚੀਜ਼ ਨਹੀਂ ਦੱਸੂਗੇ ਜਾਂ ਏਜੰਟ ਤੁਹਾਡੇ ਨਾਲ ਇਹ ਗੱਲ ਨਹੀਂ ਕਰੂਗੇ। ਇੱਥੇ ਵੀ ਤੁਹਾਡੇ ਪੈਸੇ ਲੱਗਣੇ ਆ, ਕਿਉਂਕਿ ਸਾਡੇ ਲੋਕਾਂ ਨੇ, ਠੀਕ ਆ, ਚੰਗੇ ਮਾੜੇ ਲੋਕ ਹਰ ਮਾਸ਼ਰੇ 'ਚ ਹੁੰਦੇ ਨੇ, ਮੈਂ ਨਹੀਂ ਇਹ ਗੱਲ ਕਹਿੰਦਾ। ਸਾਡੇ ਲੋਕਾਂ ਨੇ ਕੌਂਟਰੈਕਟ, ਜੋਬ ਕੌਂਟਰੈਕਟ ਦਾ ਵੀ ਬਿਜ਼ਨਸ ਬਣਾ ਲਿਆ ਹੋਇਆ। ਜਿੱਦਾਂ ਕੈਨੇਡਾ ਦੇ ਵਿੱਚ LMIA ਹੁੰਦੀ ਆ, ਉੱਦਾਂ ਸਪੇਨ ਦੇ ਵਿੱਚ ਕੌਂਟਰੈਕਟ ਤੁਹਾਨੂੰ ਬਾਏ ਕਰਨਾ ਪੈਂਦਾ, ਖਰੀਦਣਾ ਪੈਂਦਾ, ਜਿਹਦੀ ਕੀਮਤ ਜਿਹੜੀ ਆ 9,000 ਯੂਰੋ ਤੋਂ 12-15,000 ਯੂਰੋ ਤੱਕ ਵੀ ਜਾਂਦੀ ਆ। ਉਸ ਕੌਂਟਰੈਕਟ ਦੇ ਬੇਸ ਜਦੋਂ ਤੁਸੀਂ ਉਹ ਕੌਂਟਰੈਕਟ ਲੈਂਦੇ ਹੋ, ਫਿਰ ਉਹ ਤੁਸੀਂ ਅਪਲਾਈ ਕਰਦੇ ਹੋ ਆਪਣੇ ਪੇਪਰ, ਦੈਨ ਫਿਰ ਜਦੋਂ ਤੁਹਾਡੇ ਪੇਪਰ ਨਿਕਲਦੇ ਆ, ਫਿਰ ਜਾ ਕੇ ਤੁਸੀਂ ਜਿਹੜਾ ਆ ਲੀਗਲੀ ਤੌਰ ਦੇ ਉੱਤੇ ਸਪੇਨ ਦੇ ਵਿੱਚ ਰਹਿ ਸਕਦੇ ਹੋ। ਸੇਮ ਇਹੀ ਪ੍ਰੋਸੀਜਰ ਜਿਹੜਾ ਆ ਕੌਂਟਰੈਕਟ ਤੁਹਾਨੂੰ, ਕਿਉਂਕਿ ਬਿਨਾਂ ਕੌਂਟਰੈਕਟ ਤੋਂ ਤੁਸੀਂ ਨਾ ਤਾਂ ਪੁਰਤਗਾਲ ਨਾ ਇਟਲੀ ਕਿਤੇ ਨਹੀਂ ਤੁਹਾਨੂੰ ਪੇਪਰ ਮਿਲਣੇ, ਅਤੇ ਕੌਂਟਰੈਕਟ ਤੁਹਾਨੂੰ ਖਰੀਦਣੇ ਪੈਂਦੇ ਆ। ਉਹ ਵੱਖਰੀ ਗੱਲ ਆ, ਪੁਰਤਗਾਲ ਦੇ ਵਿੱਚ ਰੇਟ ਥੋੜ੍ਹਾ ਘੱਟ ਹੋਊਗਾ, ਇਟਲੀ ਦੇ ਵਿੱਚ ਰੇਟ ਥੋੜ੍ਹਾ ਵੱਧ ਹੋਊਗਾ, ਸਪੇਨ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਆ ਰੇਟ। ਸੋ ਮੈਂ ਪਹਿਲੇ ਨੰਬਰ 'ਤੇ ਸਪੇਨ ਇਸ ਕਰਕੇ ਰੱਖਿਆ, ਇੱਕ ਤਾਂ ਮੈਂ ਖੁਦ ਉੱਥੇ 7 ਸਾਲ ਰਿਹਾ ਹੋਇਆ ਤਾਂ ਕਰਕੇ, ਦੂਸਰਾ ਉਹਦੇ ਬਹੁਤ ਸਾਰੇ ਇਹੋ ਜਿਹੇ ਕਾਰਨ ਨੇ। ਸਭ ਤੋਂ ਮੇਨ ਉਹਦਾ ਕਾਰਨ ਹੈਗਾ ਕਿ ਵੈਦਰ ਸਪੇਨ ਦਾ ਬਹੁਤ ਵਧੀਆ ਹੈ। ਗਰਮੀ ਵੀ ਆ, ਠੰਡ ਵੀ ਆ, ਬਟ ਇੰਡੀਆ ਦੇ ਨਾਲ ਮੈਚ ਕਰਦਾ ਵੈਦਰ ਆ, ਕਿਉਂਕਿ ਉੱਥੇ ਇੰਨੀ ਠੰਡ ਨਹੀਂ ਪੈਂਦੀ ਜਿੰਨੀ ਬਾਕੀ ਜਿੱਦਾਂ ਕੈਨੇਡਾ 'ਚ ਪੈਂਦੀ ਆ ਜਾਂ ਬਾਕੀ ਹੋਰ ਕੰਟਰੀਆਂ 'ਚ ਪੈਂਦੀ ਆ। ਜਰਮਨੀ 'ਚ ਬਹੁਤ ਜ਼ਿਆਦਾ ਸਨੋ ਪੈਂਦੀ ਆ, ਬਟ ਸਪੇਨ ਦੇ ਵਿੱਚ ਇੱਦਾਂ ਦਾ ਨਹੀਂ ਹੈਗਾ। ਖਾਸ ਕਰਕੇ ਬਾਰਸੀਲੋਨਾ 'ਚ ਗਰਮੀ ਵੀ ਪੈਂਦੀ ਆ ਅਤੇ ਉਹ ਸਹਿਣ ਵਾਲੀ ਹੁੰਦੀ ਆ, ਠੰਡ ਵੀ ਜਿਹੜੀ ਉਹ ਵੀ ਨੋਰਮਲੀ ਹੁੰਦੀ ਆ। ਦੂਸਰਾ, ਸਪੇਨ ਦੇ ਵਿੱਚ ਜੇ ਬਾਰਸੀਲੋਨਾ ਦੀ ਗੱਲ ਕੀਤੀ ਜਾਵੇ ਤਾਂ ਬਾਰਸੀਲੋਨਾ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ, ਪਾਕਿਸਤਾਨੀ ਭਰਾ ਆਪਣੇ ਬਹੁਤ ਜ਼ਿਆਦਾ ਰਹਿੰਦੇ ਆ। ਉਹਦੇ ਨਾਲ ਕੀ ਹੋ ਜਾਂਦਾ ਕਿ ਜਦੋਂ ਤੁਸੀਂ ਨਵੇਂ ਜਾਂਦੇ ਹੋ, ਤੁਹਾਨੂੰ ਕੰਮ ਲੱਭਣ ਦੇ ਵਿੱਚ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਯੂਰਪ ਕੰਟਰੀਜ਼ ਦਾ ਕੀ ਪ੍ਰੋਸੀਜਰ ਆ ਕਿ ਹਰ ਇੱਕ ਕੰਟਰੀ ਦੀ ਅਲੱਗ-ਅਲੱਗ ਇੱਕ ਭਾਸ਼ਾ ਆ, ਜਿਹੜੀ ਨਵੇਂ ਬੰਦੇ ਨੂੰ ਤਾਂ ਆਉਂਦੀ ਨਹੀਂ ਕੋਈ। ਫਿਰ ਉਹ ਜਦੋਂ ਬਾਰਸੀਲੋਨਾ ਜਾਂ ਇਹੋ ਜਿਹੀਆਂ ਸਿਟੀਜ਼ ਦੇ ਵਿੱਚ ਜਾਂਦਾ ਜਿੱਥੇ ਆਪਣੇ ਲੋਕ ਜ਼ਿਆਦਾ ਰਹਿੰਦੇ, ਤਾਂ ਥੋੜ੍ਹਾ ਜਿਹਾ ਲਿੰਕ ਬਣਾਉਣੇ ਸੌਖੇ ਹੋ ਜਾਂਦੇ ਆ, ਲੋਕਾਂ ਦੇ ਨਾਲ ਗੱਲ ਕਰਨੀ ਸੌਖੀ ਹੋ ਜਾਂਦੀ ਆ, ਜਾਂ ਤੁਹਾਨੂੰ ਕੰਮ ਲੱਭਣ ਦੇ ਵਿੱਚ ਜਿਹੜਾ ਉਹ ਪ੍ਰੋਬਲਮ ਨਹੀਂ ਕੋਈ ਆਉਂਦੀ। ਸੋ ਹੁਣ ਗੱਲ ਕਰਦੇ ਹਾਂ ਆਪਾਂ ਕਿ ਜੇ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ। ਜਦੋਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਬੰਦਾ ਟਰਾਈ ਕਰੇ ਲੈਂਗੁਏਜ ਸਿੱਖਣ ਦੀ, ਕਿਉਂਕਿ ਜੇ ਤੁਸੀਂ ਲੈਂਗੁਏਜ ਸਿੱਖਦੇ ਹੋ ਥੋੜ੍ਹੀ ਬਹੁਤੀ ਤਾਂ ਤੁਹਾਨੂੰ ਕੰਮ ਬੜੀ ਈਜ਼ੀਲੀ ਮਿਲ ਜੂਗਾ ਅਤੇ ਵਧੀਆ ਚੰਗੇ ਪੈਸੇ ਕਮਾਉਣ ਲੱਗ ਪਓਗੇ, ਚਾਹੇ ਤੁਸੀਂ ਲੀਗਲ ਹੋ ਚਾਹੇ ਤੁਸੀਂ ਇਲੀਗਲ ਹੋ। ਲੈਂਗੁਏਜ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਬਿਨਾਂ ਗੱਲਬਾਤ ਕੀਤੇ ਤੁਹਾਨੂੰ ਕਿਸੇ ਨੇ ਕੰਮ ਨਹੀਂ ਦੇਣਾ। ਸੋ ਉਹਦੇ ਲਈ ਕੀ ਆ ਕਿ ਬਾਰਸੀਲੋਨਾ ਦੇ ਵਿੱਚ ਤਾਂ ਬਹੁਤ ਇਹੋ ਜਿਹੇ ਸਰਕਾਰੀ ਸਕੂਲ ਹੈਗੇ ਜਿਹੜੇ ਤੁਹਾਨੂੰ ਫ੍ਰੀ ਲੈਂਗੁਏਜ ਦੀਆਂ ਕਲਾਸਿਸ ਦਿੰਦੇ ਆ, ਅਤੇ ਉਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਟਾਈਮ ਕੱਢਣਾ ਪੈਂਦਾ ਆ ਕਿ ਮੈਂ ਕਲਾਸਾਂ ਵੀ ਲਾਈ ਜਾਵਾਂ, ਲੈਂਗੁਏਜ ਸਿੱਖੀ ਜਾਵਾਂ, ਤਾਂ ਕਿ ਮੈਨੂੰ ਕੰਮ ਜਿਹੜਾ ਲੱਭਣਾ ਸੌਖਾ ਹੋ ਜਾਏ। ਦੂਸਰਾ, ਆਪਣੇ ਡੇ 1 ਤੋਂ ਡਾਕੂਮੈਂਟ ਤਿਆਰ ਕਰਨੇ ਸ਼ੁਰੂ ਕਰ ਦਿਓ। ਮੈਂ ਜਿੱਦਾਂ ਸੀਗਾ, ਮੈਂ ਜਦੋਂ ਗਿਆ ਸੀਗਾ, ਮੈਂ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ। ਬਹੁਤੇ ਲੋਕ ਵੇਟ ਕਰਦੇ ਰਹਿੰਦੇ ਆ ਕਿ ਯਾਰ ਕੋਈ ਨਹੀਂ, ਹਾਲੇ ਕਰਾ ਲਾਂਗੇ, ਰਜਿਸਟ੍ਰੇਸ਼ਨ ਕਰਾ ਲਾਂਗੇ, ਅੱਜ ਨਹੀਂ ਕਰਾ ਲਾਂਗੇ, ਕੱਲ੍ਹ ਨੂੰ ਕਰਾ ਲਾਂਗੇ। ਉਹ ਕਰਦੇ ਉਹ ਜਿੰਨਾ ਤੁਸੀਂ ਡਿਲੇ ਕਰੀ ਜਾਓਗੇ ਓਨਾ ਤੁਸੀਂ ਪੇਪਰਾਂ ਤੋਂ ਲੇਟ ਹੋਈ ਜਾਓਗੇ। ਸੋ ਆਪਣੇ ਡਾਕੂਮੈਂਟ ਪਹਿਲਾਂ ਪੂਰੇ ਕਰੋ, ਜਿੱਦਾਂ ਲਾਇਬ੍ਰੇਰੀ ਦਾ ਕਾਰਡ ਹੋ ਗਿਆ। ਮੈਂ ਸਾਰੇ ਡਾਕੂਮੈਂਟ, ਬਹੁਤ ਬੰਦੇ ਤੁਹਾਨੂੰ ਉੱਥੇ ਗਾਈਡ ਕਰਨ ਵਾਲੇ ਹੈਗੇ, ਉਹ ਤੁਹਾਨੂੰ ਮੇਰੇ ਦੱਸਣ ਦੇ, ਜੇ ਆਪਾਂ ਕੀਤਾ ਤਾਂ ਬਹੁਤ ਲੰਬਾ ਪੋਡਕਾਸਟ ਹੋ ਜਾਣਾ ਕਿ ਕੀ ਤੁਹਾਨੂੰ ਡਾਕੂਮੈਂਟ ਚਾਹੀਦੇ, ਉਹਦੇ 'ਤੇ ਆਪਾਂ ਫਿਰ ਕਿਤੇ ਗੱਲ ਕਰ ਲਾਂਗੇ, ਜਾਂ ਤੁਸੀਂ ਮੈਨੂੰ ਕਮੈਂਟ 'ਚ ਪੁੱਛ ਸਕਦੇ ਹੋ, ਮੈਂ ਤੁਹਾਨੂੰ ਉਹਨਾਂ ਦੇ ਪ੍ਰੋਪਰ ਜਵਾਬ ਵੀ ਦੇ ਦਾਂਗਾ। ਤੀਸਰੀ ਗੱਲ ਕਿ ਕੰਮ ਕਿੱਦਾਂ ਲੱਭਿਆ ਜਾ ਸਕਦਾ। ਉੱਥੇ ਕੰਮ ਲੱਭਣ ਦੇ ਉੱਥੇ 2 ਤਰੀਕੇ ਨੇ। ਇੱਕ ਤਾਂ ਉਹ ਆਪਣੇ ਜਿਹੜੇ ਲੋਕੀ ਆ ਤੁਸੀਂ ਉਹਨਾਂ ਦੇ ਨਾਲ ਲਿੰਕ ਬਣਾਉਣ ਦੀ ਕੋਸ਼ਿਸ਼ ਕਰੋ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਜਿੱਦਾਂ ਤੁਸੀਂ ਗੁਰਦੁਆਰੇ ਜਾਂਦੇ ਹੋ, ਗੁਰਦੁਆਰਿਆਂ ਦੇ ਵਿੱਚ ਨੋਟਿਸ ਬੋਰਡਸ ਦੇ ਉੱਤੇ ਲੋਕਾਂ ਨੇ ਲਿਖ ਕੇ ਲਾਇਆ ਹੁੰਦਾ ਕਿ ਸਾਨੂੰ ਫਲਾਣੇ ਕੰਮ ਦੀ ਲੋੜ ਆ, ਜਾਂ ਸਾਨੂੰ ਪੇਪਰਾਂ ਵਾਲੇ ਬੰਦੇ ਦੀ ਲੋੜ ਆ, ਜਾਂ ਬਿਨਾਂ ਪੇਪਰਾਂ ਵਾਲੇ ਬੰਦੇ ਦੀ ਲੋੜ ਆ। ਉੱਥੋਂ ਤੁਹਾਨੂੰ ਥੋੜ੍ਹੀ ਬਹੁਤੀ ਗਾਈਡੈਂਸ ਮਿਲ ਸਕਦੀ ਆ। ਜੇ ਨਹੀਂ ਤੁਸੀਂ ਇੰਨਾ ਕਰ ਸਕਦੇ, ਫਿਰ ਥੋੜ੍ਹੇ ਜਿਹੇ ਆਪਣੇ ਤੁਸੀਂ ਰੈਜ਼ੂਮੇ ਬਣਾ ਲਓ, ਰੈਜ਼ੂਮੇ ਪ੍ਰਿੰਟ ਆਊਟ ਕੱਢ ਕੇ ਉੱਥੇ ਦੁਕਾਨਾਂ 'ਤੇ ਵੰਡਣੇ ਸ਼ੁਰੂ ਕਰ ਦਿਓ, ਕਿਉਂਕਿ ਬਾਰਸੀਲੋਨਾ ਦੇ ਵਿੱਚ ਰੈਸਟੋਰੈਂਟਸ ਬਹੁਤ ਜ਼ਿਆਦਾ ਨੇ, ਆਪਣੇ ਸਿੰਧੀ ਭਰਾ ਨੇ, ਉਹਨਾਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਕੱਪੜੇ ਦੀਆਂ। ਤੁਹਾਨੂੰ ਕੰਮ ਜਿਹੜਾ ਹੈ ਕਿਤੇ ਨਾ ਕਿਤੇ ਇਲੀਗਲ ਬੰਦੇ ਨੂੰ ਜਾਂ ਸੁਪਰ ਮਾਰਕੀਟ 'ਤੇ ਤੁਹਾਨੂੰ ਮਿਲ ਹੀ ਜਾਂਦਾ ਆ। ਅਤੇ ਹੁਣ ਗੱਲ ਕਰੀਏ, ਜੇ ਕੰਮ ਮਿਲ ਜਾਂਦਾ ਹੈ ਤਾਂ ਉੱਥੇ ਸਰਵਾਈਵ ਕਰਨ ਦਾ, ਤਨਖਾਹ ਕਿੰਨੀ ਕੁ ਉੱਥੇ, ਬੰਦਾ ਕਿੰਨਾ ਕੁ ਕਮਾ ਲੈਂਦਾ, ਕਿੰਨਾ ਕੁ ਬਚਾ ਲੈਂਦਾ। ਜਿਹੜਾ ਤਾਂ ਬੰਦਾ ਇਲੀਗਲ ਹੈ ਜੀ, ਉਹਦੀ ਮੰਥਲੀ ਸਟਾਰਟਿੰਗ ਮਿਨੀਮਮ 500-550 ਤੋਂ ਹੁੰਦੀ ਆ
ਅੱਜ ਕੱਲ੍ਹ ਤਾਂ ਹੁਣ ਮੁੰਡੇ ਬਹੁਤ ਉੱਥੇ ਹੋਰ ਵੀ ਕੰਮ ਕਰਨ ਲੱਗ ਪਿਆ। ਆਹ ਫੂਡ ਡਿਲੀਵਰੀਜ਼ ਦਾ ਜਿਹੜਾ ਗਲੋਵੋ ਬਹੁਤ ਚੱਲਦਾ ਅੱਜ ਕੱਲ੍ਹ ਸਪੇਨ ਦੇ ਵਿੱਚ। ਮੁੰਡੇ ਬਹੁਤ ਆਪਣੇ ਭਰਾ ਜਿਹੜੇ ਆ ਗਲੋਵੋ ਦਾ ਕੰਮ ਬਹੁਤ ਕਰਦੇ, ਚੰਗੇ ਪੈਸੇ ਕਮਾਉਂਦੇ ਆ। ਸਾਈਕਲ ਰੱਖਿਆ ਹੁੰਦਾ ਉਹਨਾਂ ਨੇ ਕੋਲ ਅਤੇ ਫੂਡ ਡਿਲੀਵਰ ਕਰਦੇ ਆ, ਉਹਦੇ 'ਚ ਵੀ ਪੈਸੇ ਚੰਗੇ ਆ। ਬਟ ਜੇ ਤੁਸੀਂ ਕਿਤੇ ਕਿਸੇ ਰੈਸਟੋਰੈਂਟ 'ਤੇ ਜਾਂ ਕਿਸੇ ਦੁਕਾਨ 'ਤੇ ਕੰਮ ਕਰਦੇ ਹੋ, ਕਿਸੇ ਸੁਪਰ ਮਾਰਕੀਟ 'ਤੇ ਜਾਂ ਕਿਸੇ ਕੱਪੜੇ ਦੀ, ਅਤੇ ਇਲੀਗਲ ਬੰਦੇ ਦੀ ਉੱਥੇ ਜਿਹੜੀ ਆ ਇਨਕਮ ਉਹ 550 600 ਯੂਰੋ ਜਿਹੜੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਇਸ ਖਰਚੇ ਦੇ ਵਿੱਚ ਜੇ ਤੁਸੀਂ 600 ਮੰਨ ਲਓ ਤੁਸੀਂ 600 ਯੂਰੋ ਕਮਾਉਂਦੇ ਹੋ, 600 ਦੇ ਵਿੱਚ ਤੁਹਾਡਾ 250 300 $350 ਯੂਰੋ ਆ ਜਿਹੜਾ ਉਹ ਤੁਹਾਡਾ ਘਰ ਦੇ ਕਮਰੇ ਦੇ ਕਿਰਾਏ ਅਤੇ ਤੁਹਾਡਾ ਰੋਟੀ ਪਾਣੀ ਦੇ ਵਿੱਚ ਨਿਕਲ ਜਾਂਦਾ ਆ। ਜੇ ਤੁਹਾਡੀ ਮੰਨ ਲਓ 600 ਤਨਖਾਹ ਆ ਅਤੇ ਤੁਸੀਂ 350 ਜਿਹੜਾ ਇਹਦੇ 'ਚ ਖਰਚ ਕਰ ਦਿੰਦੇ ਹੋ ਅਤੇ ਤੁਹਾਡੇ ਕੋਲ ਜਿਹੜਾ ਉਹ 250 ਬਚਦਾ। 250 ਇਨ ਦਾ ਸੈਂਸ ਇੰਡੀਆ ਦੇ ਅਕੋਰਡਿੰਗ ਜਿਹੜਾ ਉਹ 20,000 ਰੁਪਈਆ ਜਿਹੜਾ ਬਚਦਾ। ਨੋ ਡਾਊਟ ਬਹੁਤ ਪੈਸੇ ਘੱਟ ਆ ਜਿਹੜੇ ਸਾਨੂੰ ਬਚਦੇ ਆ। ਬੰਦਾ ਇੱਦਾਂ ਸਰਵਾਈਵ ਕਿੱਦਾਂ ਕਰਦਾ, ਔਖਾ ਹੋ ਜਾਂਦਾ। 20,000 ਤਾਂ ਕੁਛ ਵੀ ਨਹੀਂ ਚੀਜ਼ ਹੁੰਦੀ, ਜਾਂ 250 ਯੂਰੋ ਜਿਹੜਾ ਜੇ ਤੁਸੀਂ ਮੰਥਲੀ ਉੱਥੇ ਬਚਾਉਂਦੇ ਹੋ ਕਰਦੇ ਹੋ। ਇਹ ਸਟਰਗਲ ਪੀਰੀਅਡ ਆ ਤੁਹਾਡਾ, ਕਿਉਂਕਿ ਤੁਸੀਂ ਇਲੀਗਲ ਹੋ। ਜੇ ਤੁਸੀਂ ਕੱਲ੍ਹ ਨੂੰ ਪੇਪਰ ਮਿਲ ਜਾਂਦੇ ਆ ਤੁਹਾਨੂੰ, ਤੁਸੀਂ 1200 1400 1600 ਤੱਕ ਮੁੰਡੇ ਹੁਣ ਲੈਂਦੇ ਆ, ਕੰਮ ਕਰਦੇ ਆ। 1600 ਯੂਰੋ ਤੱਕ ਜਿਹੜਾ ਆ ਤੁਸੀਂ ਆਪਣੀ ਤਨਖਾਹ ਲੈਂਦੇ ਹੋ। ਫਿਰ ਜਦੋਂ ਲੀਗਲ ਹੋ ਜਾਂਦੇ ਹੋ ਤੁਸੀਂ, ਤੁਹਾਡੇ ਕੋਲ ਪੇਪਰ ਆ ਜਾਂਦੇ ਆ, ਤੁਸੀਂ ਕਿਸੇ ਨਾ ਕਿਸੇ ਫੈਕਟਰੀ 'ਚ ਜੋਬ ਕਰਦੇ ਹੋ ਜਾਂ ਕਿਸੇ ਰੈਸਟੋਰੈਂਟ 'ਤੇ ਵਧੀਆ ਕੰਮ ਕਰਦੇ ਹੋ, ਫਿਰ ਤੁਹਾਡੇ ਲਈ ਥੋੜ੍ਹੀ ਜਿਹੀ ਲਾਈਫ ਜਿਹੜੀ ਆ ਈਜ਼ੀ ਹੋ ਜਾਂਦੀ ਆ। ਬਟ ਜਿਹੜਾ ਬੰਦਾ ਇੰਡੀਆ ਤੋਂ ਘਰੋਂ ਬਾਹਰ ਪੈਰ ਕੱਢਦਾ ਆ ਯੂਰਪ ਆਉਣ ਵਾਸਤੇ, ਉਹ ਇਹ ਸੋਚ ਕੇ ਚੱਲੇ ਕਿ ਮੇਰੀ ਅੱਗੇ ਦੀ ਲਾਈਫ ਜਿਹੜੀ ਆ ਉਹ ਕੋਈ ਬਹੁਤੀ ਈਜ਼ੀ ਹੈ ਨਹੀਂ। ਕਿਉਂਕਿ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਸਿਨੈਰੀਓ ਬੈਠਾ ਆ ਕਿ ਬਾਹਰ ਜਾਵਾਂਗੇ, ਬਾਹਰ ਜਾ ਕੇ ਤਾਂ ਬਸ ਐਸ਼ ਆ, ਹੋਰ ਕੁਛ ਨਹੀਂ। ਉਹ ਸਾਡਾ ਸਿਨੈਰੀਓ ਬਣਿਆ ਕਿਉਂ ਹੋਇਆ? ਮੁੰਡੇ ਫੇਸਬੁੱਕ 'ਤੇ ਇੰਸਟਾ ਦੇ ਉੱਤੇ ਫੋਟੋਆਂ ਸਟੋਰੀਆਂ ਪਾਉਂਦੇ ਆ, ਪੰਜਾਬ ਬੈਠੇ ਜਿਹੜੇ ਲੋਕ ਆ ਉਹ ਵਰਗਲਾਏ ਜਾਂਦੇ ਉਹਨਾਂ ਚੀਜ਼ਾਂ ਦੇ ਵਿੱਚ, ਜਦ ਕਿ ਉਹ ਸਟੋਰੀਆਂ ਫੋਟੋਆਂ ਪਾਈਆਂ ਜਿਹੜੀਆਂ ਆ ਉਹ ਅਧੂਰਾ ਸੱਚ ਆ। ਉਹਦੇ ਪਿੱਛੇ ਕਿਸੇ ਨੇ ਪੂਰਾ ਸੱਚ ਨਹੀਂ ਦੇਖਿਆ। ਉਹਦੇ ਪਿੱਛੇ ਜੇ ਕੋਈ ਬੰਦਾ ਕਿਸੇ ਵੀਕਐਂਡ ਦੇ ਦੌਰਾਨ ਕਿਸੇ ਇੱਕ ਦਿਨ ਫ੍ਰੀ ਆ, ਉਹ ਆਪਣੀਆਂ ਫੋਟੋਜ਼ ਪਾਉਂਦਾ ਆ, ਅਤੇ ਸਾਡੇ ਲੋਕ ਇਹ ਸੋਚਦੇ ਕਿ ਯਾਰ ਬਹੁਤ ਐਸ਼ ਕਰਦਾ ਹੋਊਗਾ। ਅਤੇ ਜੇ ਉਹੀ ਲੋਕ ਉਸ ਬੰਦੇ ਨੂੰ 5 ਦਿਨ 6 ਦਿਨ ਜਿਹੜਾ ਮਿੱਟੀ ਨਾਲ ਮਿੱਟੀ ਹੁੰਦੇ ਦੇਖਣ, ਅਤੇ ਮੈਨੂੰ ਲੱਗਦਾ ਕਿ ਅੱਧੇ ਤੋਂ ਜ਼ਿਆਦਾ ਲੋਕ ਇਹ ਸੋਚਣ ਲੱਗ ਪਊਗੇ ਕਿ ਨਹੀਂ ਯਾਰ, ਜੇ ਉਹੀ ਇਹੋ ਕੰਮ ਉੱਥੇ ਜਾ ਕੇ ਕਰਨੇ ਨੂੰ ਚੰਗਾ ਇੰਡੀਆ ਰਹਿ ਲਈ, ਉਹ ਚੰਗੇ ਆ। ਸੋ ਭੇਡ ਚਾਲ ਮਗਰ ਨਾ ਲੱਗੋ। ਤੁਸੀਂ ਇਹ ਸੋਚ ਕੇ ਦੇਖੋ ਕਿ ਜੇ ਤੁਸੀਂ ਵਾਕਿਆ ਹੀ ਮਨ ਬਣਾਇਆ ਹੋਇਆ ਕਿ ਇੰਡੀਆ ਤੋਂ ਬਾਹਰ ਜਾਣਾ ਹੀ ਜਾਣਾ ਜਾਂ ਯੂਰਪ ਜਾਣਾ, ਸਟਰਗਲ ਹਰ ਇੱਕ ਕੰਟਰੀ ਦੇ ਵਿੱਚ ਆ। ਤੁਸੀਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵੀ ਜਾਣਾ ਹੋਵੇ, ਜਗ੍ਹਾ ਹੀ ਚੇਂਜ ਕਰਨੀ ਹੋਵੇ, ਉਹਦੇ 'ਚ ਵੀ ਸਟਰਗਲ ਆ। ਤੁਹਾਨੂੰ ਆਪਣਾ ਸਮਾਨ ਇੱਧਰ ਤੋਂ ਉੱਧਰ ਕਰਨਾ, ਉਹਦੇ 'ਚ ਵੀ ਸਟਰਗਲ ਆ। ਸੋ ਸਟਰਗਲ ਸੇਮ ਆ, ਤੁਹਾਨੂੰ ਕਰਨੀ ਪੈਣੀ ਆ। ਕਿਸੇ ਬੰਦੇ ਦੀ ਸਟਰਗਲ ਜਿਹੜੀ ਆ ਉਹ 6 ਮਹੀਨੇ ਦੀ, ਸਾਲ ਦੀ ਹੁੰਦੀ ਆ, ਕਿਸੇ ਦੀ 4 ਸਾਲ ਦੀ ਹੁੰਦੀ, 2 ਸਾਲ ਦੀ ਹੁੰਦੀ। ਸੋ ਇਹ ਆਪੋ ਆਪਣੀ ਕਿਸਮਤ ਆ। ਬਟ ਬੰਦਾ ਇਹ ਸੋਚ ਕੇ ਆਪਣਾ ਦਿਮਾਗ ਇਹ ਮਾਈਂਡ ਬਣਾ ਕੇ ਚੱਲੇ ਕਿ ਮੈਂ ਸਟਰਗਲ ਕਰਨ ਲਈ ਤਿਆਰ ਹਾਂ। ਦੂਸਰੀ ਗੱਲ ਜੋ ਸਭ ਤੋਂ ਮੇਨ ਆ, ਜਿਹੜੇ ਬੰਦੇ ਯੂਰਪ ਆਉਣਾ ਚਾਹੁੰਦੇ ਆ ਉਹ ਕਦੀ ਵੀ ਆਪਣੀ ਫੈਮਿਲੀ ਦੇ ਨਾਲ ਨਾ ਆਉਣ। ਕਿਉਂਕਿ ਇੱਕ ਤਾਂ ਤੁਸੀਂ ਇੱਥੇ ਆਣ ਕੇ ਪਹਿਲਾਂ ਹੀ ਇਲੀਗਲ ਹੋਵੋਗੇ, ਨਾਲ ਤੁਹਾਡੀ ਫੈਮਿਲੀ ਇਲੀਗਲ ਹੋਊਗੀ, ਤੁਹਾਨੂੰ ਕੰਮ ਲੱਭਣ ਦੇ ਵਿੱਚ ਟਾਈਮ ਲੱਗੂਗਾ, ਤੁਸੀਂ ਆਪ ਤਾਂ ਉਹ ਸਫ਼ਰ ਕਰੋਗੇ ਪ੍ਰੋਬਲਮ ਫੇਸ ਕਰੋਗੇ, ਨਾਲ ਤੁਹਾਡੀ ਫੈਮਿਲੀ ਵੀ ਕਰੂਗੀ। ਮੇਰੇ ਲਿੰਕ ਦੇ ਵਿੱਚ ਇਹੋ ਜਿਹੇ ਬਹੁਤ ਲੋਕ ਨੇ, ਬਹੁਤ ਐਗਜ਼ਾਮਪਲਾਂ ਜਿਹੜੀਆਂ ਇੰਡੀਆ ਤੋਂ ਆਪਣੀ ਫੈਮਿਲੀ ਦੇ ਨਾਲ ਯੂਰਪ 'ਚ ਸੈੱਟ ਹੋਣ ਲਈ ਆਈਆਂ, ਬਟ ਉਹ 6 ਮਹੀਨੇ ਸਾਲ ਹੀ ਸਟਰਗਲ ਕਰ ਪਾਈਆਂ। ਉਹਨਾਂ ਦਾ ਨਹੀਂ ਕੁਛ ਬਣਿਆ, ਇੰਡੀਆ ਤੋਂ ਇਹ ਪੈਸੇ ਮੰਗਾ ਕੇ ਉਹਨਾਂ ਨੇ ਲਵਾਏ, ਅਤੇ 100 ਦੇ ਵਿੱਚੋਂ 90% ਲੋਕ ਜਿਹੜੇ ਆ ਉਹ ਫਿਰ ਆਪਣੀ ਜਿਹੜੀ ਫੈਮਿਲੀ ਦੇ ਨਾਲ ਆਉਂਦੇ ਉਹ ਵਾਪਸ ਜਾਂਦੇ ਹੀ ਜਾਂਦੇ, ਉਹ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ। ਅਤੇ ਜੇ ਕੋਈ ਇੱਥੇ 10% ਲੋਕ ਉਹ ਸਰਵਾਈਵ ਕਰ ਪਾਉਂਦੇ ਆ, ਜਿਹੜੇ ਫਾਈਨੈਂਸ਼ੀਅਲੀ ਇੰਡੀਆ ਤੋਂ ਥੋੜ੍ਹੇ ਜਿਹੇ ਸਟਰੋਂਗ ਹੁੰਦੇ ਆ ਜਾਂ ਇੰਡੀਆ ਤੋਂ ਪੈਸਾ ਪੂਸਾ ਮੰਗਾ ਲੈਂਦੇ ਆ, ਉਹਨਾਂ ਨੂੰ ਟਾਈਮ ਮਿਲ ਜਾਂਦਾ ਆ ਕੰਮ ਲੱਭਣ ਦੇ ਵਿੱਚ ਥੋੜ੍ਹਾ ਜਿਹਾ। ਫਿਰ ਜਦੋਂ ਕੰਮ ਲੱਭ ਜਾਂਦਾ ਅਤੇ ਉਹ ਉਹਨਾਂ ਦੀ ਗੱਡੀ ਜਿਹੜੀ ਆ ਚੱਲ ਪੈਂਦੀ ਆ। ਸੋ ਫੈਮਿਲੀ ਦੇ ਨਾਲੋਂ ਚੰਗਾ ਹੈ ਕਿ ਤੁਸੀਂ ਇਕੱਲੇ ਆਓ, ਆਪਣਾ ਸਟਰਗਲ ਕਰੋ, ਥੋੜ੍ਹੀ ਬਹੁਤ ਕੰਮ ਲੱਭੋ, ਜਦੋਂ ਤੁਹਾਨੂੰ ਪੇਪਰ ਮਿਲ ਜਾਂਦੇ ਉਸ ਤੋਂ ਬਾਅਦ ਫੈਮਿਲੀ ਅਪਲਾਈ ਕਰੋ, ਉਹ ਤੁਹਾਡੇ ਲਈ ਬੈਸਟ ਆਈਡੀਆ। ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਸਪੇਨ ਤੋਂ ਇਲਾਵਾ ਇਟਲੀ ਅਤੇ ਪੁਰਤਗਾਲ ਹੁਣ ਪਹਿਲਾਂ ਆਪਾਂ ਗੱਲ ਕਰਦੇ ਇਟਲੀ ਦੀ।
ਇਟਲੀ ਮੈਂ ਦੂਸਰੇ ਨੰਬਰ 'ਤੇ ਇਸ ਕਰਕੇ ਕਹਿੰਦਾ ਕਿਉਂਕਿ ਇਟਲੀ ਦੇ ਵਿੱਚ ਉਹ ਸੇਮ ਪ੍ਰੋਸੀਜਰ ਆ, ਕੌਨਟਰੈਕਟ ਤੁਹਾਨੂੰ ਮਿਲਦਾ ਹੈ ਜਿੱਦਾਂ ਖੇਤੀ ਦੇ ਉੱਤੇ ਕੰਮ ਨਿਕਲਦੇ ਆ, ਤੁਸੀਂ ਆਪਣੇ ਕੌਨਟਰੈਕਟ ਲਓ, ਤੁਹਾਡੇ ਪੇਪਰ ਨਿਕਲ ਆਉਂਦੇ ਆ। ਇਟਲੀ ਦੇ ਵਿੱਚ ਕੰਮ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਐਜ਼ ਅ ਸਪੇਨ ਵਾਂਗੂ ਜਿੱਦਾਂ ਤੁਹਾਨੂੰ ਇਟਲੀ ਦੇ ਵਿੱਚ ਵੀ ਕੰਮ ਸੌਖੇ ਤਰੀਕੇ ਨਾਲ ਲੱਭ ਜਾਂਦਾ। ਬਟ ਜੇ ਆਪਾਂ ਗੱਲ ਕਰੀਏ ਪੁਰਤਗਾਲ ਦੀ, ਪੁਰਤਗਾਲ ਦੇ ਵਿੱਚ ਜਿੰਨਾ ਕੁ ਮੈਨੂੰ ਲੋਕਾਂ ਦੇ ਰਿਵਿਊਜ਼ ਤੋਂ ਪਤਾ ਲੱਗਦਾ ਜਾਂ ਜਿੰਨਾ ਕੁ ਮੇਰੇ ਲੋਕਾਂ ਦੇ ਨਾਲ ਗੱਲ ਹੁੰਦੀ ਆ, ਮੈਨੂੰ ਕਈ ਵਾਰੀ ਫੋਨ ਵੀ ਆਣ ਕੇ ਪੁੱਛਦੇ ਆ ਕਿ ਵੀ ਅਸੀਂ ਪੁਰਤਗਾਲ ਦੇ ਪੇਪਰ ਲੈ ਲਏ, ਹੁਣ ਜੇ ਮੂਵ ਹੋਣਾ ਹੋਵੇ ਕਿੱਥੇ ਹੋ ਜਾਈਏ, ਕਿੱਥੇ ਕੰਮ ਮਿਲੂਗਾ, ਜਾਂ ਕੋਈ ਬਹੁਤ ਇਹੋ ਜਿਹੇ ਲੋਕ ਆ ਜਿਹੜੇ ਪੁਰਤਗਾਲ ਸਪੇਨ ਦੇ ਪੇਪਰ ਲੈ ਕੇ ਤੇ ਕੰਮ ਉਹ ਜਰਮਨੀ ਕਰਦੇ ਆ ਜਾਂ ਕਿਤੇ ਜਿੱਥੇ ਜਿੱਥੇ ਜਿਨ੍ਹਾਂ ਦਾ ਸੈੱਟ ਆਇਆ ਹੋਇਆ। ਬਟ ਪੁਰਤਗਾਲ ਦੇ ਵਿੱਚ ਇੱਕ ਤਾਂ ਕੰਮ ਲੱਭਣਾ ਬਹੁਤ ਔਖਾ ਹੈ ਜੇ ਤੁਹਾਡੇ ਕੋਲ ਪੁਰਤਗਾਲ ਦੇ ਪੇਪਰ ਨੇ, ਦੂਸਰਾ ਪੁਰਤਗਾਲ ਦੇ ਵਿੱਚ ਪੇ ਰੇਟ ਬਹੁਤ ਘੱਟ ਆ, ਜਿਹੜਾ ਮੈਨੂੰ ਨਹੀਂ ਲੱਗਦਾ ਕਿ ਇੱਕ ਬੰਦਾ ਉੱਥੇ ਸਰਵਾਈਵ ਕਰ ਸਕਦਾ। ਸੋ ਇਸ ਕਰਕੇ ਮੈਂ ਤੀਸਰੇ ਨੰਬਰ 'ਤੇ ਜਿਹੜਾ ਆ ਉਹ ਪੁਰਤਗਾਲ ਦੀ ਆਪਸ਼ਨ ਰੱਖੀ ਹੋਈ ਆ। ਹਾਂ, ਤੁਸੀਂ ਪੁਰਤਗਾਲ ਦੇ ਪੇਪਰ ਲੈ ਕੇ ਕੰਮ ਕਿਤੇ ਹੋਰ ਕਰ ਲਓ, ਉਹ ਮੱਚ ਬੈਟਰ ਆ। ਬਹੁਤ ਲੋਕ ਮੋਸਟਲੀ ਜਿਹੜੇ ਆ ਉਹ ਇੱਦਾਂ ਹੀ ਕਰਦੇ ਆ। ਸੋ ਮੇਰਾ ਅੱਜ ਦਾ ਪੋਡਕਾਸਟ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਥੋੜ੍ਹੀ ਨੌਲੇਜ ਆਪ ਵੀ ਰੱਖੋ, ਏਜੰਟਾਂ ਦੀਆਂ ਠੱਗੀਆਂ ਤੋਂ ਬਚੋ। ਕੁਐਸਚਨ ਜ਼ਰੂਰ ਪੁੱਟ ਕਰੋ, ਜੇ ਤੁਸੀਂ ਕਿਸੇ ਏਜੰਟ ਦੇ ਨਾਲ ਗੱਲ ਵੀ ਕਰਦੇ ਹੋ ਉਹਨੂੰ ਪੁੱਛੋ, ਕਿਉਂਕਿ ਮੇਰੇ ਨਾਲ ਇੱਕ ਚਾਂਸ ਇੱਦਾਂ ਮੈਂ ਏਜੰਟ ਦਾ ਨਾਂ ਤਾਂ ਨਹੀਂ ਲੈਣਾ, ਮੈਂ ਉਦੋਂ ਇੰਡੀਆ ਤੋਂ ਆਉਣਾ ਸੀਗਾ ਯੂਰਪ ਨੂੰ, ਅਤੇ ਉਹ ਬੰਦਾ ਮੈਨੂੰ ਮੈਕਸੀਕੋ ਤੋਂ ਜਰਮਨੀ ਦੀ ਡੰਕੀ ਲਵਾਉਣ ਦਿਆ ਸੀਗਾ, ਜਦ ਕਿ ਜੇ ਆਪਾਂ ਦੇਖਿਆ ਜਾਵੇ ਤਾਂ ਉਹਦਾ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਬਣਦਾ। ਉਹ ਸਿਰਫ ਇੱਕ ਠੱਗ ਆ, ਬਹੁਤ ਠੱਗ ਨੇ ਇੱਦਾਂ ਦੇ, ਅਤੇ ਆਪਣੇ ਪੈਸੇ ਨਾ ਖਰਾਬ ਕਰਿਓ। ਬਾਕੀ ਜੇ ਤੁਹਾਨੂੰ ਕੋਈ ਕੁਐਸਚਨ ਹੋਵੇ ਤੁਹਾਡੇ ਦਿਮਾਗ ਦੇ ਵਿੱਚ, ਤੁਸੀਂ ਮੈਨੂੰ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ। ਜੇ ਤੁਹਾਨੂੰ ਪੋਡਕਾਸਟ ਪਸੰਦ ਆਇਆ ਹੋਵੇ ਤਾਂ ਆਪਾਂ ਜ਼ਰੂਰ ਅੱਗੇ ਵੀ ਇੱਦਾਂ ਦੇ ਪੋਡਕਾਸਟ ਬਣਾਉਂਦੇ ਰਹਾਂਗੇ। ਫੋਲੋ ਕਰਿਓ, ਸ਼ੇਅਰ ਕਰਿਓ। ਥੈਂਕ ਯੂ, ਧੰਨਵਾਦ ਤੁਹਾਡਾ ਜੀ।